ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਦਾ ਟੌਪਿਕ ਹੈ ਫ੍ਰਿਕਸ਼ਨ ਦੇ ਉੱਪਰ ਹੀ ਹੈ। ਪਰ ਆਪਣੀ ਜੋ ਫ੍ਰਿਕਸ਼ਨ ਹੋਏਗੀ ਉਹ ਹੁਣ ਇਨਸਾਈਡ ਹੋਲੋ ਸਫੀਅਰ ਡਿਸਕਸ ਕਰਾਂਗੇ ਜਾਂ ਇੱਕ ਵਰਟੀਕਲ ਸਰਕਲ ਦੇ ਅੰਦਰ ਡਿਸਕਸ ਕਰਾਂਗੇ। ਕੋਈ ਹੋਲੋ ਸਫੀਅਰ ਮਤਲਬ ਟਿਲਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਏਗਾ ਇਨਕਲਾਈਨਡ ਪਲੇਨ ਦੇ ਉੱਪਰ, ਜਾਂ ਕੋਈ ਰੋਡ ਹੋਏਗੀ ਹੋਲੋ ਸਫੀਅਰ ਦੇ ਅੰਦਰ ਸਲਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੋਏਗੀ, ਜਾਂ ਕਿਸੇ ਵਰਟੀਕਲ ਸਰਕਲ ਦੇ ਅੰਦਰ ਸਲਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੋਏਗੀ, ਜਾਂ ਸਰਕਲ ਜਿਹੜਾ ਹੈਗਾ ਕਿਸੇ ਵਰਟੀਕਲ ਸਰਕਲ ਜਿਵੇਂ ਕੜਾ ਵਗੈਰਾ ਹੈਗਾ ਉਹ ਇੱਕ ਇੰਕਲਾਈਨਡ ਪਲੇਨ ਦੇ ਉੱਪਰ ਜਾਂ ਕਿਸੇ ਹੋਰ ਫਾਰਮ ਦੇ ਵਿੱਚ ਉਹ ਸਲਾਈਡ ਕਰਨ ਦੀ ਜਾਂ ਇਹਦਾ ਪੁਆਇੰਟ ਆਫ ਮੋਸ਼ਨ ਮਤਲਬ ਡਿਸਪਲੇ ਕਰ ਰਿਹਾ ਹੋਏਗਾ। ਤਾਂ ਇਸ ਤਰ੍ਹਾਂ ਦੇ ਆਪਾਂ ਕੁਐਸਚਨਸ ਡਿਸਕਸ ਕਰਨੇ ਹੈਗੇ ਆ। 9C ਐਕਸਰਸਾਈਜ਼ ਹੈ। ਕੁਐਸਚਨ ਨੰਬਰ 2 ਤੋਂ ਡਿਸਕਸ ਕਰਨਾ ਹੈਗਾ। ਬਾਕੀ ਸਾਰਾ ਕਨਸੈਪਟ ਆਪਣਾ ਉਹੀ ਪੁਰਾਣਾ ਰਟਿਆ ਰਟਾਇਆ ਕਿ ਰਿਜ਼ੋਲਵ ਕਰਨਾ ਹੈ, ਮੂਵਮੈਂਟ ਲੈਣਾ ਹੈ, ਬਸ ਉਹੀ ਜਿਵੇਂ ਤੁਹਾਨੂੰ ਨਿਕਲ ਜਿਸ ਤਰ੍ਹਾਂ ਜਿੱਥੇ ਇਕੁਇਲਿਬਰੀਅਮ ਹੈ, ਫੋਰਸਸ ਲੱਗ ਰਹੀਆਂ ਨੇ, ਤੁਸੀਂ ਉੱਥੇ ਜਿਹੜੇ ਪੁਰਾਣੇ ਜਿੰਨੇ ਵੀ ਕਨਸੈਪਟਸ ਹੈਗੇ ਆ ਰਿਜ਼ੋਲਵ ਕਰਨ ਵਾਲੇ ਫੋਰਸਸ ਨੂੰ ਜਾਂ ਮੂਵਮੈਂਟ ਲੈਣ ਵਾਲੇ, ਉਹ ਤੁਸੀਂ ਲਗਾ ਸਕਦੇ ਹੋ ਬੇਝਿਜਕ। ਜਿਵੇਂ ਤੁਹਾਡਾ ਮਕਸਦ ਪੂਰਾ ਹੁੰਦਾ ਤੁਸੀਂ ਕਿਵੇਂ ਵੀ ਕੁਝ ਵੀ ਕਰ ਸਕਦੇ ਹੋ, ਠੀਕ ਹੈ। ਜਿਨ੍ਹਾਂ ਵਿੱਚੋਂ 2 ਚੀਜ਼ਾਂ ਆਪਾਂ ਵਾਰ-ਵਾਰ ਕਰਦੇ ਆ ਰਹੇ, ਤੁਸੀਂ ਨੋਟ ਕੀਤਾ ਹੋਊਗਾ। ਇੱਕ ਆਪਾਂ ਮੂਵਮੈਂਟ ਲੈਣ ਵਾਲੀ ਜਿਹੜਾ ਕਨਸੈਪਟ ਹੈ ਉਸ ਨੂੰ, ਅਤੇ ਬ੍ਰਿਗਨਨ ਥਿਊਰਮ ਜਿਹੜੀ ਹੈਗੀ ਹੈ ਨਾ, ਉਸ ਨੂੰ ਆਪਾਂ ਵਾਰ-ਵਾਰ ਲਗਾਉਂਦੇ ਆ ਰਹੇ ਹੈਗੇ ਆ। ਅਤੇ ਜਾਂ ਫਿਰ ਆਪਣਾ ਜਿਹੜਾ ਰਿਜ਼ੋਲਵਡ ਪਾਰਟ ਵਾਲਾ ਹੈਗਾ ਸੇਮ ਚੀਜ਼ ਹੀ ਹੈ। ਤਾਂ ਇਹ ਜਿਹੜੀਆਂ 2 ਚੀਜ਼ਾਂ ਨੇ ਤੁਸੀਂ ਕਿਤੇ ਵੀ ਕਿਸੇ ਵੀ ਕੁਐਸਚਨ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਅਪਲਾਈ ਕਰ ਸਕਦੇ ਹੋ। ਤਾਂ ਇਹ ਕੁਐਸਚਨ ਹੈਗਾ ਜਿਹੜਾ ਹੁਣ ਕਰਨ ਜਾ ਰਹੇ ਹਾਂ, ਇਹਦੇ ਵਿੱਚ ਕੀ ਹੈ ਕਿ ਇੱਕ ਪਾਰਟੀਕਲ ਹੈ ਜੋ ਇੱਕ ਸਫੀਅਰ ਦੇ ਉੱਪਰ ਮਤਲਬ ਸਲਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਸਫੀਅਰ ਦੇ ਉੱਪਰ ਪਿਆ ਹੋਇਆ ਅਤੇ ਉਹਦੇ ਉੱਪਰ ਉਹ ਸਲਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ। ਜਿਸ ਤਰ੍ਹਾਂ ਇੱਥੇ ਨਜ਼ਰ ਆ ਰਿਹਾ ਆਪਾਂ ਨੂੰ, ਆਹ ਵਾਲਾ ਪਾਰਟੀਕਲ ਹੈ, ਇਹ ਸਫੀਅਰ ਦੇ ਉੱਪਰ ਪਿਆ ਹੋਇਆ, ਪਰ ਸਫੀਅਰ ਦੀ ਫ੍ਰਿਕਸ਼ਨ ਇੰਨੀ ਕੁ ਮਤਲਬ ਮਿਲ ਰਹੀ ਹੈ ਕਿ ਨੀਚੇ ਡਿੱਗ ਨਹੀਂ ਰਿਹਾ ਹੈਗਾ, ਜਸਟ ਡਿੱਗਣ ਜਾ ਰਿਹਾ ਹੈਗਾ। ਸਾਫ਼ ਜੀ ਗੱਲ ਹੈ, ਜੇ ਪਾਰਟੀਕਲ ਨੂੰ ਇੱਥੇ ਰੱਖੂਗੇ ਤਾਂ ਨੀਚੇ ਨੂੰ ਰੁੜ ਜੂਗਾ, ਹੈ ਨਾ, ਕਿਉਂਕਿ ਇਹ ਵਰਟੀਕਲੀ ਡਾਊਨਵਰਡ ਇਹਦਾ ਵੇਟ ਖਿੱਚ ਕੇ ਲੈ ਕੇ ਜਾਏਗਾ ਇਹਨੂੰ ਨੀਚੇ। ਪਰ ਕਿਉਂਕਿ ਜਿਹੜੀ ਫ੍ਰਿਕਸ਼ਨ ਹੈਗੀ ਹੈ ਸਫੀਅਰ ਵੱਲੋਂ ਜਿਹੜੀ ਆਫਰ ਹੋ ਰਹੀ ਹੈਗੀ ਉਹ ਇੰਨੀ ਕੁ ਸਫੀਸ਼ੀਐਂਟ ਹੈ ਕਿ ਉਸਨੂੰ ਰੋਕ ਕੇ ਰੱਖਿਆ ਹੋਇਆ ਜਸਟ। ਤਾਂ ਆਪਾਂ ਜਸਟ ਐਂਗਲ ਨਿਕਾਲਣਾ ਹੈ ਕਿ ਜਿਹੜਾ ਉਹ ਐਂਗਲ ਹੈਗਾ, ਜਿਹੜਾ ਵੇਟ ਹੈ ਵਰਟੀਕਲ ਦੇ ਨਾਲ ਜਿਹੜਾ ਹੈਗਾ ਪ੍ਰੂਵ ਕਰਨਾ ਹੈ। show that on the point of motion it will be on point of motion, show that it will be on point of motion when radius through it makes angle this means ਆ ਜਿਹੜਾ ਰੇਡੀਅਸ ਹੈਗਾ ਪਾਰਟੀਕਲ, ਜਿਹੜਾ ਰੇਡੀਅਸ ਵਾਲੀ ਲਾਈਨ ਹੈਗੀ ਹੈ, ਇਹ ਵਰਟੀਕਲ ਥੀਟਾ ਐਂਗਲ ਬਣਾ ਰਹੀ ਹੈ। ਤਾਂ ਥੀਟਾ ਐਂਗਲ ਟੈਂਜੈਂਟ ਇਨਵਰਸ ਮਿਊ ਦੇ ਬਰਾਬਰ ਹੋਊਗਾ। ਕਦੋਂ? ਜਦੋਂ ਇਹ ਔਨ ਦਾ ਪੁਆਇੰਟ ਆਫ ਸਲਾਈਡਿੰਗ ਡਾਊਨ ਹੋਵੇ, ਹੈ ਨਾ। ਤੇ ਜਸਟ ਇਹ ਕਹਿ ਲਓ ਕਿ ਲਿਮਟਿੰਗ ਫ੍ਰਿਕਸ਼ਨ ਦੇ ਵਿੱਚ ਇਹ ਪਾਰਟੀਕਲ ਪਿਆ ਹੋਇਆ, ਜਾਂ ਕਹਿ ਲਓ ਲਿਮਟਿੰਗ ਇਕੁਇਲਿਬਰੀਅਮ ਦੇ ਵਿੱਚ ਹੈਗਾ। ਤਾਂ ਆਪਾਂ ਇਹਨੂੰ ਐਂਗਲ ਨੂੰ ਆਪਣਾ ਸਫੀਅਰ ਹੈ, ਠੀਕ ਹੈ, ਆਪਣਾ ਪਾਰਟੀਕਲ ਪਿਆ, ਸਫੀਅਰ ਦੇ ਉੱਪਰ ਰਿਐਕਸ਼ਨ ਆਫਰ ਹੋ ਰਹੀ ਹੈ ਕਿਉਂਕਿ ਪਾਰਟੀਕਲ ਥੱਲੇ ਨੂੰ ਡਿੱਗਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਫਿਰ ਰਿਐਕਸ਼ਨ ਉੱਪਰ ਨੂੰ ਹੋਏਗੀ, ਫ੍ਰਿਕਸ਼ਨ ਉੱਪਰ ਨੂੰ ਹੋਏਗੀ ਅਤੇ ਅਲੋਂਗ ਦਾ ਟੈਂਜੈਂਟ ਐਕਟ ਕਰੇਗੀ, ਹੈ ਨਾ। ਕਿਉਂਕਿ ਹੋਰ ਤਾਂ ਫੋਰਸ ਤਾਂ ਸਟ੍ਰੇਟ ਹੀ ਐਕਟ ਕਰਦੀ ਹੁੰਦੀ ਹੈ, ਤਾਂ ਸਟ੍ਰੇਟ ਐਕਟ ਕਰਨ ਲਈ ਜਿਹੜੀ ਬੈਸਟ ਜਿਹੜੀ ਪੋਜੀਸ਼ਨ ਹੈਗੀ ਉਹ ਅਲੋਂਗ ਦਾ ਟੈਂਜੈਂਟ ਹੀ ਹੋਏਗੀ, ਹੋਰ ਤਾਂ ਕੋਈ ਹੈ ਨਹੀਂ। ਇੱਕ ਵਰਟੀਕਲੀ ਡਾਊਨਵਰਡ ਵੇਟ ਐਕਟ ਕਰੇਗਾ, ਹੈ ਨਾ। ਤੁਸੀਂ ਸਿਰਫ ਕੀ ਕਰਨਾ ਹੈਗਾ, ਤੁਸੀਂ ਫੋਰਸਸ ਨੂੰ ਰਿਜ਼ੋਲਵ ਕਰਨਾ। ਬਾਕੀ ਸਾਰਾ ਕੁਝ ਮੈਂ ਉਹੀ ਇੱਥੇ ਗੱਲਾਂ ਲਿਖੀਆਂ ਹੋਈਆਂ ਜੋ ਹੈਗੀਆਂ ਨੇ, ਬਸ ਫੋਰਸਸ ਨੂੰ ਰਿਜ਼ੋਲਵ ਕਰ ਦਿਓ। ਹੋਰੀਜੈਂਟਲੀ ਅਲੋਂਗ ਦਾ ਟੈਂਜੈਂਟ ਕਰ ਦਿਓ ਐਟ ਪੀ, ਅਤੇ ਪਰਪੈਂਡੀਕੂਲਰ ਟੂ ਦਾ ਟੈਂਜੈਂਟ ਮੀਨ ਅਲੋਂਗ ਦਾ ਨੋਰਮਲ। ਫੋਰਸਸ ਨੂੰ ਰਿਜ਼ੋਲਵ ਕਰਤਾ ਆਪਾਂ ਇਸ ਤਰ੍ਹਾਂ, ਅਤੇ ਇਹ ਆ ਜਾਏਗਾ ਮਿਊ ਆਰ ਸਾਈਨ W ਸਾਈਨ ਥੀਟਾ ਦੇ ਬਰਾਬਰ ਆ ਜਾਊਗਾ, ਅਤੇ R ਆ ਜਾਏਗਾ W cos ਥੀਟਾ। ਦੋਨੋਂ ਨੂੰ ਡਿਵਾਈਡ ਕਰ ਦਿਓ, ਥੀਟਾ ਨਿਕਲ ਆਏਗਾ। ਤਾਂ ਬੜਾ ਸਟ੍ਰੇਟ ਫਾਰਵਰਡ ਕੁਐਸਚਨ ਹੈ, ਅਤੇ ਆਪਾਂ ਦੇਖ ਸਕਦੇ ਹਾਂ ਇੱਥੇ ਆਪਣਾ ਉਹੀ ਪੁਰਾਣਾ ਕੰਸੈਪਟ ਉਹੀ ਰਿਜ਼ੋਲਵਿੰਗ ਵਾਲਾ ਹੈਗਾ। ਅਤੇ ਰਿਜ਼ੋਲਵਿੰਗ ਵਾਲਾ ਜਿਵੇਂ ਤੁਸੀਂ ਕੰਫਰਟ ਮਹਿਸੂਸ ਕਰਦੇ ਹੋ ਤੁਸੀਂ ਉਵੇਂ ਹੀ ਰਿਜ਼ੋਲਵਿੰਗ ਕਰਨੀ ਹੈਗੀ ਹੈ ਫੋਰਸਸ ਦੀ। ਜ਼ਰੂਰੀ ਨਹੀਂ ਹੈਗਾ ਤੁਸੀਂ ਅਲੋਂਗ ਦਾ ਟੈਂਜੈਂਟ ਜਾਂ ਪਰਪੈਂਡੀਕੂਲਰ ਟੈਂਜੈਂਟ ਹੀ ਕਰੋ, ਤੁਸੀਂ ਹੌਰੀਜੈਂਟਲੀ ਅਤੇ ਵਰਟੀਕਲੀ ਡਾਇਰੈਕਸ਼ਨ ਜਿਹੜੀਆਂ ਹੈਗੀਆਂ ਉਹਨਾਂ ਦੇ ਅਲੋਂਗ ਵੀ ਤੁਸੀਂ ਰਿਜ਼ੋਲਵ ਕਰ ਸਕਦੇ ਹੋ, ਪਰ ਉੱਥੇ ਥੋੜ੍ਹੀ ਡਿਫੀਕਲਟੀ ਵੱਧ ਜਾਏਗੀ ਆਪਣੀ, ਠੀਕ ਹੈ। ਹਾਲਾਂਕਿ ਹੋ ਜਾਏਗਾ ਕੁਐਸਚਨ, ਕੋਈ ਦਿੱਕਤ ਨਹੀਂ ਆਏਗੀ। ਅਗਲਾ ਕੁਐਸਚਨ 4 ਨੰਬਰ ਕੁਐਸਚਨ ਹੈਗਾ, ਏ ਯੂਨੀਫਾਰਮ ਰੋਡ ਰੈਸਟ ਇਨ ਲਿਮਟਿੰਗ ਇਕੁਇਲਿਬਰੀਅਮ ਵਿਦ ਇਨ ਏ ਰਫ hollow sphere. If the rod subtended angle 2 alpha at the center of sphere and lambda be the angle of friction, show that angle of inclination to the rod will be this.
ਆਹ ਵਾਲਾ ਆਪਣਾ ਹੌਰੀਜੈਂਟਲ ਨਾਲ ਜੋ ਐਂਗਲ ਹੋਏਗਾ ਉਹ ਇਹ ਵਾਲਾ ਪ੍ਰੂਵ ਕਰਨਾ ਹੈਗਾ। ਠੀਕ ਹੈ, ਮੈਂ ਫਿਗਰ ਨੂੰ ਦੇਖ ਕੇ ਸਮਝਾ ਦੇਣਾ, ਬਾਕੀ ਸਾਰੀਆਂ ਗੱਲਾਂ ਉਹੀ ਰਟੀਆਂ ਰਟਾਈਆਂ ਹੋਣਗੀਆਂ। ਆਹ ਆਪਣਾ ਹੋਲੋ ਸਫੀਅਰ ਹੈ। ਠੀਕ ਹੈ, ਇਹਦੇ ਅੰਦਰ ਇੱਕ ਰੋਡ ਪਈ ਹੋਈ ਹੈ ਇਸ ਤਰ੍ਹਾਂ, ਤੇ ਸਫੀਅਰ ਦੀ ਜਿਹੜੀ ਅੰਦਰਲੀ ਸਰਫੇਸ ਆ ਉਹ ਰਫ ਹੈ, ਸਮੂਥ ਨਹੀਂ ਹੈਗੀ। ਤੇ ਜੇ ਸਮੂਥ ਹੋ ਗਈ ਤਾਂ ਰੋਡ ਇਸ ਤਰ੍ਹਾਂ ਟਿਕ ਜੂਗੀ ਹੌਰੀਜੈਂਟਲੀ, ਪਰਫੈਕਟ ਹੌਰੀਜੈਂਟਲੀ ਫਾਰਮ 'ਚ ਆ ਕੇ ਉਹਨੇ ਟਿਕ ਕੇ ਤੇ ਉਹਨੇ ਰੈਸਟ ਕਰਨ ਲੱਗ ਪੈਣਾ ਹੈਗਾ। ਪਰ ਹੁਣ ਕਿਉਂਕਿ ਇੱਥੇ ਅੰਦਰਲੀ ਸਰਫੇਸ ਜਿਹੜੀ ਹੈਗੀ ਸਫੀਅਰ ਦੀ ਉਹ ਰਫ ਹੈਗੀ ਹੈ, ਤਾਂ ਇਹ ਸਲਾਈਡ ਨਹੀਂ ਕਰ ਰਹੀ ਹੈਗੀ, ਕਹਿ ਲਓ ਔਨ ਦਾ ਪੁਆਇੰਟ ਆਫ ਇਕੁਇਲਿਬਰੀਅਮ ਹੈ, ਮੀਨਸ ਇਹ ਇੱਧਰ ਨੂੰ ਸਲਾਈਡ ਕਰ ਜੂਗੀ। ਠੀਕ ਹੈ, ਲਿਮਟਿੰਗ ਫ੍ਰਿਕਸ਼ਨ ਦੇ ਵਿੱਚ ਐਕਟ ਕਰ ਰਹੀ ਹੈਗੀ ਹੈ। ਤੇ ਫਿਰ ਆ ਜਿਹੜੀ ਰਿਐਕਸ਼ਨ ਹੋਊਗੀ ਸਫੀਅਰ ਦੀ ਅੰਦਰਲੀ ਸਰਫੇਸ ਜੋ ਆਫਰ ਕਰੇਗੀ ਉਹ ਅਲੋਂਗ ਦਾ ਰੇਡੀਅਸ ਹੋਏਗੀ, ਹੈ ਨਾ। ਆ ਜਿਹੜਾ ਰੋਡ ਦਾ ਥੱਲੇ ਵਾਲਾ ਹਿੱਸਾ ਹੈਗਾ, ਤੇ ਉੱਪਰ ਵਾਲੇ ਹਿੱਸੇ 'ਤੇ ਵੀ ਜਿਹੜੀ ਰਿਐਕਸ਼ਨ ਹੈਗੀ ਉਹ ਵੀ ਅਲੋਂਗ ਬੀ ਉਹ ਜਿਹੜਾ ਰੇਡੀਅਸ ਵੈਕਟਰ ਹੈਗਾ ਉਹਦੇ ਅਲੋਂਗ ਐਕਟ ਕਰੂਗੀ। ਤੇ ਕਿਉਂਕਿ ਰੋਡ ਜਿਹੜੀ ਹੈਗੀ ਹੈ, ਕਿਉਂਕਿ ਇੱਧਰਲੇ ਪਾਸੇ ਨੂੰ ਖਿਸਕਣਾ ਹੈਗਾ ਨੇ, ਤਾਂ ਜਿਹੜਾ ਆਪਣਾ ਫੋਰਸ ਆਫ ਫ੍ਰਿਕਸ਼ਨ ਹੈ ਮਿਊ ਆਰ ਇੱਧਰਲੇ ਪਾਸੇ ਐਕਟ ਕਰੂਗੀ, ਇਸੇ ਤਰ੍ਹਾਂ ਮਿਊ ਐਸ ਇੱਧਰਲੇ ਪਾਸੇ ਨੂੰ ਐਕਟ ਕਰੂਗੀ। ਆਪਣਾ ਆਹ ਵਾਲਾ ਐਂਗਲ ਜਿਹੜਾ ਹੈਗਾ ਆਪਾਂ ਥੀਟਾ ਪਤਾ ਕਰਨਾ ਹੈਗਾ, ਪ੍ਰੂਵ ਕਰਨਾ ਹੈ ਕਿ ਇਹਦੇ ਬਰਾਬਰ ਹੈਗਾ। ਇਸ ਐਂਗਲ ਨੂੰ ਅਲਫਾ ਲੈ ਲੈਣੇ ਹੈਗੇ ਆ। ਠੀਕ ਹੈ, ਕਿਉਂਕਿ ਆਹ ਦੋਨੋਂ ਬਰਾਬਰ ਨੇ, ਤੇ ਆਹ ਜੀ ਇਹਦਾ ਮਿਡ ਪੁਆਇੰਟ ਹੈ, ਤੇ ਆਹ ਲਾਈਨ ਜਿਹੜੀ ਹੈਗੀ 90 ਡਿਗਰੀ ਤੇ ਕੱਟ ਕਰੂਗੀ। ਇਹ ਸਿੱਧਾ ਹੈ ਕੰਮ ਹੈ ਇਹਦਾ। ਠੀਕ ਹੈ, ਜ਼ਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ ਹੈਗੀ। ਉਹ ਏ ਤੇ ਉਹ ਵੀ ਬਰਾਬਰ ਨੇ। ਠੀਕ ਹੈ, ਤੇ ਆਹ ਕਿਉਂਕਿ ਰੋਡ ਯੂਨੀਫਾਰਮ ਹੈ। ਠੀਕ ਹੈ, ਜੀ ਇਹਦਾ ਮਤਲਬ ਏ ਬੀ ਦਾ ਮਿਡ ਪੁਆਇੰਟ ਹੈ, ਤੇ ਜਿਹੜੀ ਲਾਈਨ ਜੁਆਇਨ ਕਰ ਰਹੀ ਹੈ ਉਹਨੂੰ 90 ਡਿਗਰੀ ਤੇ ਕੱਟ ਕਰੂਗੀ। ਆਈਸੋਲਸ ਟ੍ਰਾਇੰਗਲ ਦੇ ਵਿੱਚ ਜਿਹੜਾ ਮੀਡੀਅਨ ਨੂੰ ਜੁਆਇਨ ਕਰਨ ਵਾਲੀ ਲਾਈਨ ਹੋਏਗੀ ਉਹ ਪਰਪੈਂਡੀਕੂਲਰ ਹੋਏਗੀ, ਹੈ ਨਾ। ਤੇ ਫਿਰ ਜੇ ਆਹ ਐਂਗਲ ਥੀਟਾ ਹੈ ਤੇ ਫਿਰ ਆਹ ਐਂਗਲ 90 ਮਾਈਨਸ ਥੀਟਾ ਹੋਊਗਾ। ਕੋਈ ਮੁਸ਼ਕਲ ਨਹੀਂ ਹੈਗਾ ਇਸ ਨੂੰ ਪ੍ਰੂਵ ਕਰਨਾ। ਤੇ ਆਹ ਐਂਗਲ ਅਲਫਾ ਹੋਏਗਾ ਤਾਂ ਫਿਰ ਆ ਵੀ ਐਂਗਲ ਅਲਫਾ ਹੀ ਹੋਏਗਾ, ਬਿਕੋਜ਼ ਇਟ ਇਜ਼ ਆਈਸੋਲਸ ਟ੍ਰਾਇੰਗਲ, ਹੈ ਨਾ। ਤੇ ਬਸ ਸਾਰੇ ਐਂਗਲ ਆਪਣੇ ਡਿਸਾਈਡ ਹੋ ਗਏ ਨੇ, ਤੇ ਸਾਰਾ ਕੁਝ ਉਹੀ ਲਿਖਿਆ ਹੋਇਆ ਕਿ ਕਿਹੜਾ ਕੁਝ ਕੀ ਹੋਏਗਾ। ਇੱਥੇ ਲੈਂਬੜਾ ਵੀ ਆਪਾਂ ਐਂਗਲ ਲੈ ਰਹੇ ਅਸਲ 'ਚ। ਲੈਂਬੜਾ ਜਿਹੜਾ ਨਾ, ਇੱਕ ਹੋਰ ਚੀਜ਼ ਇੱਥੇ ਡਿਸਕਸ ਕਰਨੀ ਬਣੇਗੀ। ਜਿਹੜਾ ਡਬਲਯੂ ਵੇਟ ਹੈਗਾ ਉਹ ਨੀਚੇ ਨੂੰ ਲੱਗ ਰਿਹਾ ਹੈਗਾ ਨਾ, ਇੱਥੇ ਵਰਟੀਕਲੀ ਡਾਊਨਵਰਡ। ਜੇ ਆਪਾਂ ਪਿੱਛੇ ਨੂੰ ਪ੍ਰੋਜੈਕਟ ਕਰੀਏ ਤਾਂ ਇਹ ਕਿਸੇ ਇਸ ਪੁਆਇੰਟ 'ਤੇ ਇਸ ਰਿਐਕਸ਼ਨ ਤੇ ਇਸ ਫ੍ਰਿਕਸ਼ਨ ਦੇ ਰਿਜ਼ਲਟੈਂਟ ਨੂੰ ਮੀਟ ਕਰੂਗਾ। ਠੀਕ ਹੈ, ਇਸੇ ਤਰ੍ਹਾਂ ਹੀ ਆਹ ਵਾਲੀ ਰਿਐਕਸ਼ਨ ਤੇ ਆਹ ਵਾਲੀ ਫ੍ਰਿਕਸ਼ਨ ਦਾ ਜਿਹੜਾ ਰਿਜ਼ਲਟੈਂਟ ਹੈ ਉਹ ਇਧਰਲੇ ਪਾਸੇ ਨੂੰ ਜਾਏਗਾ। ਠੀਕ ਹੈ, ਯਾਨੀ ਕਿ ਰਿਐਕਸ਼ਨ ਤੇ ਫ੍ਰਿਕਸ਼ਨ ਦਾ ਰਿਜ਼ਲਟੈਂਟ ਅਲੋਂਗ ਏ ਓ ਡੈਸ਼, ਤੇ ਰਿਐਕਸ਼ਨ ਐਸ ਤੇ ਫ੍ਰਿਕਸ਼ਨ ਮਿਊ ਐਸ ਦਾ ਜਿਹੜਾ ਹੈਗਾ ਰਿਜ਼ਲਟੈਂਟ ਅਲੋਂਗ ਹੋਏਗਾ ਓ ਡੈਸ਼। ਤੇ ਜਿਹੜਾ ਆਹ ਐਂਗਲ ਹੁੰਦਾ ਹੈਗਾ ਵਾਲਾ, ਤੇ ਇਹ ਆਪਣਾ ਲੈਂਬੜਾ ਹੁੰਦਾ ਹੈਗਾ, ਤੈਨੂੰ ਪਤਾ ਹੀ ਹੈ। ਠੀਕ ਹੈ, ਆਹ ਵਾਲਾ ਐਂਗਲ, ਆਹ ਵਾਲਾ। ਤਾਂ ਇਹ ਤਿੰਨੋਂ ਫੋਰਸਸ, ਯਾਨੀ ਕਿ ਜੋ ਫੋਰਸ ਬੀ ਓ ਡੈਸ਼ ਦੇ ਅਲੋਂਗ ਐਕਟ ਕਰ ਰਹੀ ਹੈ ਤੇ ਏ ਓ ਡੈਸ਼ ਦੇ ਅਲੋਂਗ ਐਕਟ ਕਰ ਰਹੀ ਹੈ, ਇਹ ਡਬਲਯੂ ਵੀ ਇਹਨਾਂ ਦੋਨਾਂ ਦੇ ਕਾਮਨ ਪੁਆਇੰਟ ਆਫ ਇੰਟਰਸੈਕਸ਼ਨ 'ਚੋਂ ਪਾਸ ਕਰੂਗਾ ਜੇ ਆਪਾਂ ਇਕੁਇਲਿਬਰੀਅਮ ਮੇਨਟੇਨ ਕਰਨਾ ਹੈਗਾ ਤਾਂ। ਠੀਕ ਹੈ, ਅਦਰਵਾਈਜ਼ ਇਕੁਇਲਿਬਰੀਅਮ ਮੇਨਟੇਨ ਹੋਏਗਾ ਹੀ ਨਹੀਂ। ਪਰ ਕਿਉਂਕਿ ਆਪਾਂ ਨੂੰ ਦੇ ਰੱਖਿਆ ਕਿ ਇਕੁਇਲਿਬਰੀਅਮ ਹੈਗਾ, ਤੇ ਇਹ ਚੀਜ਼ ਫਿਰ ਤਿੰਨੋਂ ਫੋਰਸਸ ਕਿਸੇ ਪੁਆਇੰਟ ਓ ਡੈਸ਼ 'ਤੇ ਮੀਟ ਕਰਨੀਆਂ ਚਾਹੀਦੀਆਂ ਨੇ। ਤਾਂ ਬਾਕੀ ਦੇ ਸਾਰੇ ਐਂਗਲ ਪਤਾ ਕਰ ਸਕਦੇ ਹਾਂ। ਆ ਜਿਵੇਂ ਓ ਏ ਜੀ ਤੇ ਓ ਬੀ ਜੀ ਬਰਾਬਰ ਨੇ, ਇਹ 90 ਮਾਈਨਸ ਅਲਫਾ ਦੇ ਬਰਾਬਰ ਨੇ, ਤੇ ਸਾਫ ਜੀ ਗੱਲ ਹੈ ਫਿਰ ਓ ਡੈਸ਼ ਏ ਜੀ 90 ਮਾਈਨਸ ਅਲਫਾ ਮਾਈਨਸ ਲੈਂਬੜਾ ਮੁਸ਼ਕਲ ਨਹੀਂ ਹੈਗਾ ਪ੍ਰੂਵ ਕਰਨਾ। ਤੇ ਓ ਡੈਸ਼ ਬੀ ਜੀ 90 ਮਾਈਨਸ ਅਲਫਾ ਪਲੱਸ ਲੈਂਬੜਾ ਹੋਊਗਾ। ਲੈਂਬੜਾ ਇਜ਼ ਏ ਐਂਗਲ ਆਫ ਫ੍ਰਿਕਸ਼ਨ। ਠੀਕ ਹੈ, ਐਮ ਐਨ ਥਿਊਰਮ ਲਗਾਉਣੀ ਹੈ ਬਸ, ਹੋਰ ਕੁਝ ਨਹੀਂ ਹੈਗਾ। ਕਿਹੜੀ ਟ੍ਰਾਇੰਗਲ 'ਚ ਓ ਡੈਸ਼ ਏ ਬੀ ਦੇ ਵਿੱਚ, ਬਸ ਸਟ੍ਰੇਟ ਫਾਰਵਰਡ ਤਰੀਕੇ ਨਾਲ ਐਮ ਐਨ ਥਿਊਰਮ ਲਗਾਤੀ ਆਪਾਂ ਇੱਥੇ, ਤੇ ਇਹਨੂੰ ਸਿੰਪਲੀਫਾਈ ਕੀਤਾ ਹੋਇਆ, ਹੋਰ ਕੁਝ ਨਹੀਂ ਹੈਗਾ। ਸਿੰਪਲੀਫਾਈ ਕਰਦੇ ਕਰਦੇ ਟੈਂਜੈਂਟ ਥੀਟਾ ਕੱਢ ਲੈਣਾ ਵਿੱਚੋਂ ਆਪਾਂ ਇਹਦੇ। ਠੀਕ ਹੈ, ਤਾਂ ਟੈਂਜੈਂਟ ਥੀਟਾ ਇੱਥੋਂ ਨਿਕਲ ਆਏਗਾ sin 2 ਅਲਫਾ 2 ਲੈਂਬੜਾ ਡਿਵਾਈਡ ਬਾਈ cos 2 ਅਲਫਾ ਪਲੱਸ cos 2 ਲੈਂਬੜਾ। ਬਸ ਇੱਥੋਂ ਥੀਟਾ ਨਿਕਲ ਆਏਗਾ। ਇੰਨਾ ਹੀ ਕੰਮ ਆ, ਹੋਰ ਕੁਝ ਨਹੀਂ ਹੈਗਾ। ਇਹ ਤੇ ਸਮਝਣ ਵਾਲੀ ਇੱਕੋ ਚੀਜ਼ ਸੀਗੀ ਕਿ ਆਪਾਂ ਜਿਹੜੀਆਂ ਫੋਰਸਸ, ਜਿਹੜਾ ਮੇਨ ਜਿਹੜੀਆਂ ਤਿੰਨ ਫੋਰਸਸ ਨੇ ਕਿਹੜੀਆਂ, ਇੱਕ ਤਾਂ ਡਬਲਯੂ ਵੇਟ, ਤੇ ਇੱਕ ਰਿਜ਼ਲਟੈਂਟ ਕਿਹਦਾ ਦਾ, ਰਿਐਕਸ਼ਨ ਤੇ ਫ੍ਰਿਕਸ਼ਨਸ ਦਾ, ਹੈ ਨਾ। ਉਹਨਾਂ ਦਾ ਰਿਜ਼ਲਟੈਂਟ ਜਿਹੜੇ ਨੇ ਦੋ ਰਿਜ਼ਲਟੈਂਟਸ ਨੇ, ਤੇ ਉਹ ਕਾਮਨ ਉਹ ਦੋ ਰਿਜ਼ਲਟੈਂਟਸ ਤੇ ਵੇਟ, ਇਹ ਇੱਕੋ ਕਾਮਨ ਪੁਆਇੰਟ 'ਚੋਂ ਪਾਸ ਕਰਨ। ਇਹ ਇੱਕ ਸੈਂਟਰਲ ਆਈਡੀਆ ਹੈਗਾ। ਤਾਂ ਉਹ ਟ੍ਰਾਇੰਗਲ ਬਣ ਜਾਏਗੀ, ਤਾਂ ਟ੍ਰਾਇੰਗਲ ਤੋਂ ਫਿਰ ਆਪਾਂ ਉਹੀ ਐਮ ਐਨ ਥਿਊਰਮ ਲਗਾ ਕੇ ਆਪਾਂ ਆਪਣੇ ਜੋ ਕੰਮ ਦੀ ਜੋ ਚੀਜ਼ ਹੈਗੀ ਆਪਾਂ ਨਿਕਾਲ ਸਕਦੇ ਹੈਗੇ। ਠੀਕ ਹੈ, ਹੁਣ ਤੁਸੀਂ ਦੇਖ ਰਹੇ ਹੋਗੇ ਜਿਹੜੀ ਐਮ ਐਨ ਥਿਊਰਮ ਹੈਗੀ ਬਹੁਤ ਜਗ੍ਹਾ ਲੱਗ ਰਹੀ ਹੈਗੀ ਹੈ, ਵਾਰ-ਵਾਰ ਲੱਗ ਰਹੀ ਹੈਗੀ। ਅਤੇ ਜੇ ਤੁਸੀਂ ਪ੍ਰੈਕਟਿਸ ਕਰਦੇ ਹੋਵੋਗੇ ਤਾਂ ਤੁਹਾਨੂੰ ਇਹ ਯਾਦ ਹੋ ਵੀ ਗਈ ਹੋਊਗੀ। ਦੋ ਤਰੀਕਿਆਂ ਨਾਲ ਲਗਾਈ ਜਾ ਸਕਦੀ ਹੈਗੀ ਹੈ। ਵਾਰ-ਵਾਰ ਲਗਾਓਗੇ ਤੁਹਾਨੂੰ ਜ਼ਿਆਦਾ ਦਿੱਕਤ ਨਹੀਂ ਆਊਗੀ ਇਹਦੀ ਸਮਝ ਦੀ।
ਤੇ ਉਸ ਤੋਂ ਬਾਅਦ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਵੀ ਆਲਮੋਸਟ ਇਸ ਦੇ ਨਾਲ ਦਾ ਹੀ ਹੈ, ਜ਼ਿਆਦਾ ਫਰਕ ਨਹੀਂ ਹੈਗਾ ਇਹਦਾ। ਇਹ ਯੂਨੀਫਾਰਮ ਰੋਡ ਆਫ ਲੈਂਥ 2a sin alpha rest within a rough vertical circle ਹੁੰਦੇ ਸਰਕਲ ਦੇ ਰੱਖਿਆ of radius a, show that greatest possible inclination of the rod to the horizon will be this and mu is the coefficient of friction। ਠੀਕ ਹੈ, ਤਾਂ ਆ ਆਪਣਾ ਸਰਕਲ ਹੈ, ਹੁਣ ਸਫੀਅਰ ਨਹੀਂ ਹੈਗਾ, ਵੈਸੇ ਫਰਕ ਕੋਈ ਜ਼ਿਆਦਾ ਨਹੀਂ ਪੈਂਦਾ ਹੈਗਾ। ਤੇ ਸਿਚੁਏਸ਼ਨਾਂ ਸਾਰੀਆਂ ਉਵੇਂ ਹੀ ਹੁੰਦੀਆਂ, ਸਾਰੀ ਸਿਚੁਏਸ਼ਨ ਪਹਿਲੇ ਵਾਂਗੂ ਹੀ ਹੈ, ਕੋਈ ਫਰਕ ਨਹੀਂ ਹੈਗਾ। ਤੇ ਇੱਥੇ ਆਪਣਾ ਜਿਹੜਾ OG AB ਨੂੰ ਪਰਪੈਂਡੀਕੂਲਰ ਹੋਏਗਾ, ਆਪਾਂ ਗੱਲ ਕੀਤੀ ਹੋਈ ਹੈ। AB ਆਪਣਾ 2a sin alpha ਦੇ ਰੱਖਿਆ ਹੈਗਾ, ਕਿਉਂਕਿ ਆਪਣਾ ਰੋਡ ਯੂਨੀਫਾਰਮ ਆ, ਤੇ ਫਿਰ AG ਤੇ GB ਦੋਨੋਂ ਬਰਾਬਰ ਹੋਣਗੇ, ਯਾਨੀ ਕਿ ਫਿਰ A sin alpha ਦੇ ਬਰਾਬਰ ਹੋਣਗੇ, ਹੈ ਨਾ। ਤੇ ਯਾਨੀ ਕਿ A ਕਾਹਦੇ ਬਰਾਬਰ ਹੈ, ਰੇਡੀਅਸ ਸਰਕਲ ਦੇ ਨੂੰ ਆਪਾਂ OA ਲਿਖ ਦਾਂਗੇ, ਜਿੱਥੋਂ ਆਪਾਂ ਇੱਕ ਫਾਰਮੂਲਾ ਬਣਾ ਲਾਂਗੇ OAG ਬਟਾ OA sin alpha ਦੇ ਬਰਾਬਰ ਆ ਜਾਊਗਾ, ਹੈ ਨਾ। ਤੇ ਕਿਉਂਕਿ ਉਹ ਰਾਈਟ ਐਂਗਲ ਟ੍ਰਾਇੰਗਲ ਹੈਗੀ ਹੈ, OAG ਜਿਹੜੀ ਟ੍ਰਾਇੰਗਲ ਹੈਗੀ ਹੈ, ਤੇ ਉਹ ਫਿਰ AOG ਐਂਗਲ ਜਿਹੜਾ ਹੈਗਾ ਉਹ ਅਲਫਾ ਦੇ ਬਰਾਬਰ ਹੋ ਜਾਊਗਾ, ਹੈ ਨਾ। ਤੇ ਜੇ ਇਹ ਐਂਗਲ ਅਲਫਾ ਹੈਗਾ ਤਾਂ ਫਿਰ ਐਂਗਲ OAG ਤੇ ਐਂਗਲ OBG 90 ਮਾਈਨਸ ਅਲਫਾ ਦੇ ਬਰਾਬਰ ਹੋਣਗੇ। ਸਟੇਟ ਫਾਰਵਰਡ ਜਿਹਾ ਹੈਗਾ ਇੱਕ ਹੀ ਚੀਜ਼। ਓਕੇ ਹੋ ਗਿਆ। ਅੱਗੇ ਚੱਲਦੇ ਹਾਂ। ਦੇਅਰਫੋਰ ਜਿਹੜੇ ਐਂਗਲਸ ਨੇ O'AG, ਜਿਵੇਂ ਪਿਛਲੇ ਕੁਐਸਚਨ ਕੀਤਾ, ਉਹ 90 ਮਾਈਨਸ ਅਲਫਾ ਮਾਈਨਸ ਲੈਂਬੜਾ, ਇਹ ਤੁਹਾਨੂੰ ਰਫ 'ਚ ਹੀ ਦੇਖਣਾ ਪਊਗਾ। ਠੀਕ ਹੈ, ਹੁਣ ਇਹ ਥੋੜ੍ਹਾ ਟ੍ਰਿਵੀਅਲ ਜਿਹਾ ਹੈਗਾ, ਮੈਂ ਇਸ ਨੂੰ ਜ਼ਿਆਦਾ ਰਿਪੀਟ ਨਹੀਂ ਕਰਦਾ ਹੁੰਦਾ ਕਿਸੇ ਕੁਐਸਚਨ ਦੇ ਵਿੱਚ ਵੀ। ਤੁਸੀਂ ਆਪਣੇ ਲੈਵਲ 'ਤੇ ਆਪ ਹੀ ਦੇਖ ਲਿਆ ਕਰੋ। ਟ੍ਰਾਇੰਗਲ ਦੇ ਵਿੱਚ ਇੱਕ ਐਂਗਲ ਪਤਾ ਲੱਗ ਜੇ, ਬਾਕੀ ਨਾਲ ਦੀ ਨਾਲ ਆਪਣੇ ਆਪ ਪਤਾ ਲੱਗਦੇ ਜਾਂਦੇ ਹੈਗੇ, ਜ਼ਿਆਦਾ ਕੋਈ ਦਿੱਕਤ ਨਹੀਂ ਆਉਂਦੀ। ਤੇ ਟ੍ਰਾਇੰਗਲ O'BG ਵਿੱਚ ਜਿਹੜਾ ਐਂਗਲ O'BG ਹੈ ਉਹ 90 ਮਾਈਨਸ ਅਲਫਾ ਪਲੱਸ ਲੈਂਬੜਾ ਹੋ ਜਾਏਗਾ। ਹੁਣ ਆਪਾਂ ਸਾਰੇ ਐਂਗਲ ਪਤਾ ਲੱਗ ਗਏ ਆਪਾਂ ਨੂੰ, ਠੀਕ ਹੈ, O'AB ਦੇ ਵਿੱਚ, ਤਾਂ ਫਿਰ ਆਪਾਂ MN ਥਿਊਰਮ ਲਗਾ ਸਕਦੇ ਹਾਂ। ਤਾਂ ਲਗਾਤੀ ਉਹੀ ਪਹਿਲੇ ਵਾਂਗੂ ਹੀ, ਬਸ ਥੋੜ੍ਹਾ ਬਹੁਤ ਐਂਗਲ ਦਾ ਅੱਗੇ ਪਿੱਛੇ ਹੈਗਾ। ਇਸ ਤਰ੍ਹਾਂ ਕਰਦੇ ਕਰਦੇ ਆਪਾਂ ਜਿਹੜਾ ਹੈਗਾ ਸਿੰਪਲੀਫਾਈ ਕਰਦੇ ਕਰਦੇ ਆਪਾਂ ਨਿਕਾਲ ਸਕਦੇ ਹਾਂ ਟੈਂਜੈਂਟ ਥੀਟਾ ਜਿਹੜਾ ਹੈਗਾ। ਠੀਕ ਹੈ, ਇਸ ਤਰ੍ਹਾਂ ਬਣ ਜਾਏਗਾ ਇਹ। ਤਾਂ ਥੀਟਾ ਜਿਹੜਾ ਹੈਗਾ ਉਹ ਟੈਂਜੈਂਟ ਇਨਵਰਸ ਇਸ ਤਰ੍ਹਾਂ ਲਿਖ ਲਿਆ ਜਾਏਗਾ। ਸਿੰਪਲ ਇੱਥੇ ਅਲਜਬਰਾ ਹੀ ਲੱਗਾ ਹੈਗਾ, ਕੁਛ ਨਹੀਂ ਹੈਗਾ ਇੱਥੇ, ਅਲਜਬਰਾ ਹੀ ਲੱਗ ਰਿਹਾ ਹੈਗਾ, ਸਿੰਪਲ ਟ੍ਰਿਗਨੋਮੈਟ੍ਰਿਕ ਅਲਜਬਰਾ ਲੱਗ ਰਿਹਾ ਹੈਗਾ। ਠੀਕ ਹੈ, ਤਾਂ ਇਹ ਈਜ਼ੀ ਸੀ ਕੁਐਸਚਨ। ਉਹੀ MN ਥਿਓਰਮ ਸਾਰਿਆਂ ਦੀ, MN ਜਿੰਨੇ ਤੇ ਕੁਐਸਚਨ ਮੈਂ ਕਰਾ ਰਿਹਾ ਹੈਗਾ ਸਾਰਿਆਂ ਦੇ ਵਿੱਚ MN ਥਿਓਰਮ ਹੀ ਲੱਗ ਰਹੀ ਹੈਗੀ, ਹੋਰ ਕੁਝ ਨਹੀਂ ਹੈਗਾ। ਇਹ ਹੈਵੀ ਯੂਨੀਫਾਰਮ ਰੋਡ ਰੈਸਟ ਵਿਦ ਇਟਸ ਐਕਸਟ੍ਰੀਮਿਟੀ ਔਨ ਏ ਰਫ ਸਰਕੂਲਰ ਹੂਪ ਫਿਕਸਡ ਇਨ ਅ ਵਰਟੀਕਲ ਪਲੇਨ, ਮਤਲਬ ਕੜਾ ਹੀ ਇੱਕ ਤਰ੍ਹਾਂ ਦਾ, ਪਹਿਲੇ ਵਾਂਗੂ ਹੀ ਹੈ। ਦਾ ਰੋਡ ਸਬਟੈਂਡ ਐਂਗਲ 120 ਡਿਗਰੀ ਐਟ ਦ ਸੈਂਟਰ ਆਫ ਸਰਕਲ and in limiting position of equilibrium inclined to the horizontal angle if square root 3 mu is equal to tangent alpha show that this। ਨਵਾਂ ਕੁਝ ਨਹੀਂ ਹੈਗਾ ਇਹਦੇ ਚ, ਆਹੀ ਚੀਜ਼ ਨਵੀਂ ਹੈਗੀ ਹੈ, ਬਸ ਹੋਰ ਕੁਝ ਨਹੀਂ ਹੈਗਾ। ਫਿਗਰ ਆਪਣੀ ਪਿਛਲੇ ਕੁਐਸਚਨ ਵਰਗੀ ਹੈਗੀ ਹੈ। ਇੱਥੇ ਜਿਹੜਾ AOB ਹੈਗਾ 120 ਡਿਗਰੀ ਹੈ, ਤੇ ਸਾਫ ਜੀ ਗੱਲ ਜਿਹੜਾ ਅਲਫਾ ਐਂਗਲ ਹੈਗਾ ਉਹ 60 ਡਿਗਰੀ ਹੋਊਗਾ। ਆ ਜਿਹੜੇ ਬਾਕੀ ਦੇ ਐਂਗਲ ਨੇ O'AG ਇਹ ਆਪਣਾ 30 ਮਾਈਨਸ ਲੈਂਬੜਾ ਹੋ ਜਾਊਗਾ, ਕਿਉਂਕਿ ਅਲਫਾ ਪਤਾ ਆਪਾਂ ਨੂੰ। ਤੇ O'BG ਜਿਹੜਾ ਹੈਗਾ ਉਹ 30 ਪਲੱਸ ਲੈਂਬੜਾ ਹੋ ਜਾਏਗਾ। ਤੇ ਫਿਰ ਉਹੀ O'AB ਵਿੱਚ MN ਥਿਊਰਮ ਲਗਾ ਦਿਓ, ਹੈ ਨਾ, ਜਿਵੇਂ ਪਿਛਲੇ ਕੁਐਸਚਨ 'ਚ ਲਗਾਈ ਹੈ। ਤਾਂ ਲਗਾਉਂਦੇ ਅਲਟੀਮੇਟਲੀ ਉਹੀ 2 ਸਕੁਅਰ ਇੱਥੇ ਪਹੁੰਚ ਜਾਂਗੇ ਇਸ ਜਗ੍ਹਾ 'ਤੇ। ਤਾਂ ਇਹਨੂੰ ਆਪਾਂ ਸਿੰਪਲੀਫਾਈ ਕਰ ਲੈਂਦੇ ਹੈਗੇ ਆ। ਅਤੇ ਸਿੰਪਲੀਫਾਈ ਕਰਦੇ ਕਰਦੇ ਆਪਣਾ ਜਿਹੜਾ ਹੈਗਾ ਆ ਜਾਏਗਾ 2 ਸਕੁਅਰ ਰੂਟ 3 ਟੈਂਜੈਂਟ ਥੀਟਾ ਜਿਹੜਾ ਹੈਗਾ ਉਹ 4 ਟੈਂਜੈਂਟ 2 ਅਲਫਾ ਦੇ ਬਰਾਬਰ ਹੋ ਜਾਏਗਾ। ਇਸ ਟੈਂਜੈਂਟ 2 ਅਲਫਾ ਨੂੰ ਇੱਧਰ ਲੈ ਆਓ, ਅਤੇ ਦੋਨਾਂ ਦੀ ਰੇਸ਼ੋ ਜਿਹੜੀ ਹੈਗੀ ਸਕੁਅਰ 2 ਬੜਾ ਸਕੁਅਰ ਰੂਟ 3 ਆ ਜਾਏਗੀ, ਜੋ ਕਿ ਆਪਾਂ ਐਕਚੁਅਲ 'ਚ ਪ੍ਰੂਵ ਕਰਨਾ ਚਾਹੁੰਦੇ ਸੀਗੇ। ਠੀਕ ਹੈ, ਉਸ ਤੋਂ ਬਾਅਦ ਹੈਗਾ ਇਹ ਹੈਮੀਸਫੀਅਰ ਰੈਸਟ ਇਨ ਇਕੁਇਲਿਬਰੀਅਮ ਵਿਦ ਕਰਵ ਸਰਫੇਸ ਇਨ ਕੰਟੈਕਟ ਵਿਦ ਦ ਰਫ ਪਲੇਨ ਇਨਕਲਾਈਨਡ ਟੂ ਦ ਹੋਰੀਜ਼ੋਨਟਲ ਐਟ ਐਨ ਐਂਗਲ alpha। Show that inclination of the plane base of the hemisphere is this, given that alpha is this when alpha is lesser than lambda, which is the angle of friction, right। ਤਾਂ ਇਹ 'ਚ ਕੀ ਹੈ ਕਿ ਅੱਧਾ ਹੈਮੀਸਫੀਅਰ ਹੈਗਾ ਉਹ, ਤੇ ਉਹਦਾ ਜਿਹੜਾ ਬੇਸ ਹੈ ਨਾ, ਆਹ ਵਾਲਾ ਬੇਸ ਉਹ ਹੌਰੀਜੈਂਟਲ ਦੇ ਨਾਲ ਥੀਟਾ ਐਂਗਲ ਬਣਾਉਂਦਾ ਪਿਆ। ਤਾਂ ਕੁਝ ਜੋ ਪ੍ਰੂਵ ਕਰਨਾ ਹੈਗਾ ਆਪਾਂ, ਆਹ ਚੀਜ਼ ਪ੍ਰੂਵ ਕਰਨੀ ਹੈ ਕਿ ਹੈਮੀਸਫੀਅਰ ਦਾ ਬੇਸ ਇੰਨਾ ਐਂਗਲ ਬਣਾਊਗਾ, ਅਤੇ ਇੱਕ ਆਪਾਂ ਅਲਫਾ ਜਿਹੜਾ ਇਸ ਤੋਂ ਛੋਟਾ ਹੋਊਗਾ, ਇਹ ਚੀਜ਼ ਪ੍ਰੂਵ ਕਰਨੀ ਹੈ। ਤਾਂ ਆਹ ਇਸ ਤਰ੍ਹਾਂ ਟਿਕਿਆ ਹੋਇਆ, ਬਸ ਇਕੁਇਲਿਬਰੀਅਮ 'ਚ ਟਿਕਿਆ ਹੋਇਆ। ਇਹ ਥੱਲੇ ਨੂੰ ਸਲਾਈਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਪਰ ਹਜੇ ਕੀਤਾ ਨਹੀਂ ਹੈਗਾ, ਯਾਨੀ ਕਹਿ ਰਹੇ ਲਿਮਿਟਿੰਗ ਇਕੁਇਲਿਬਰੀਅਮ ਦੇ ਵਿੱਚ ਹੈਗਾ। ਐਂਗਲ ਸਾਰੇ ਜਿਹੜੇ ਤੁਸੀਂ ਸਟੱਡੀ ਕਰ ਲਿਓ ਆਪਣੇ ਆਪ ਇਸ ਫਿਗਰ ਦੇ ਵਿੱਚ। ਆਪਾਂ ਸਿਰਫ ਜਿਹੜੀ ਫੋਰਸਸ ਦੀ ਗੱਲ ਕਰ ਲੈਂਦੇ ਹੈਗੇ ਆ। ਠੀਕ ਹੈ, ਇੱਕ ਤਾਂ ਰਿਐਕਸ਼ਨ ਲੱਗੇਗੀ ਇਹਦੇ ਵੇਟ ਕਰਕੇ, ਇੱਕ ਵੇਟ ਥੱਲੇ ਨੂੰ ਲੱਗ ਰਿਹਾ ਹੈਗਾ,
ਤੇ ਘਰ ਰਿਐਕਸ਼ਨ ਇੱਧਰ ਸੌਰੀ ਫੋਰਸ ਆਫ ਫ੍ਰਿਕਸ਼ਨ ਇਸ ਸਾਈਡ ਤੇ ਹੋਏਗੀ, ਲੱਗੇਗੀ। ਠੀਕ ਹੈ, ਤਾਂ ਇਹ ਕਿਉਂਕਿ ਇਹ ਥੱਲੇ ਨੂੰ ਸਲਾਈਡ ਕਰ ਲਿਆਗਾ ਤੇ ਮਿਊ ਆ ਜਿਹੜੀ ਉੱਪਰ ਨੂੰ ਜਿਹੜੀ ਹੈਗੀ ਹੈ ਐਕਟ ਕਰੇਗੀ। ਤੇ ਉਸ ਤੋਂ ਬਾਅਦ ਇਸ ਐਂਗਲ ਨੂੰ ਥੀਟਾ ਲੈ ਲਓ, ਇਸ ਨੂੰ ਅਲਫਾ ਅਜ਼ਿਊਮ ਕਰ ਲਓ, ਇਹਦਾ ਪਤਾ ਨਹੀਂ ਹੈਗਾ, ਇਹ ਕਿਤੇ ਪਤਾ ਲਗਾਇਆ ਜਾ ਸਕਦਾ ਹੈਗਾ। ਤਾਂ OCG ਨੂੰ ਆਪਾਂ ਅਲਫਾ ਐਂਗਲ ਲੈ ਲਿਆ ਹੈਗਾ, ਤਾਂ CGL ਤਾਂ ਆਪਾਂ ਨੂੰ ਥੀਟਾ ਪਤਾ ਹੀ ਹੈਗਾ। OG ਬਟਾ ਇੱਥੇ ਸਾਈਨ ਫਾਰਮੂਲਾ ਲਗਾ ਦਾਂਗੇ ਆਪਾਂ, ਟ੍ਰਾਇੰਗਲ OCG ਦੇ ਵਿੱਚ ਇਸ ਤਰ੍ਹਾਂ ਸਾਈਨ ਫਾਰਮੂਲਾ ਲੱਗ ਜਾਏਗਾ, ਜਿੱਥੇ ਥੀਟਾ ਤੇ ਸਾਈਨ ਅਲਫਾ ਵਿੱਚ ਐਂਗਲ ਪਤਾ ਲੱਗ ਜਾਏਗਾ। ਇਸ ਤਰ੍ਹਾਂ ਸੌਰੀ ਥੀਟਾ ਤੇ ਅਲਫਾ ਵਿਚਕਾਰ ਇੱਕ ਰਿਲੇਸ਼ਨ ਨਿਕਲ ਆਏਗੀ ਇਸ ਤਰ੍ਹਾਂ। ਤਾਂ ਆਹ ਵਾਲੀ ਜਿੱਥੋਂ ਆਪਾਂ ਥੀਟਾ ਕੱਢ ਸਕਦੇ ਹਾਂ, ਜੋ ਕਿ ਪ੍ਰੂਵ ਹੋ ਚੁੱਕਾ ਹੈਗਾ। ਠੀਕ ਹੈ, ਪਰ ਆਪਾਂ ਨੂੰ ਪਤਾ ਜਿਹੜਾ ਸਾਈਨ ਥੀਟਾ ਹੁੰਦਾ ਹਮੇਸ਼ਾ ਇੱਕ ਤੋਂ ਛੋਟਾ ਹੁੰਦਾ ਹੈਗਾ, ਇਹਦਾ ਮਤਲਬ ਫਿਰ ਆਹ ਜਿਹੜੀ ਚੀਜ਼ ਹੈਗੀ ਇੱਕ ਤੋਂ ਛੋਟੀ ਹੋਊਗੀ, ਹੈ ਨਾ। ਤੇ ਆਹ 8/3 ਉੱਧਰ ਜਾ ਕੇ 3/8 ਬਣ ਜਾਏਗਾ, ਯਾਨੀ ਕਿ ਸਾਈਨ ਅਲਫਾ ਇਜ਼ ਲੈਸਰ ਦੈਨ ਇਕੁਅਲ ਟੂ 3/α। ਸੋ ਅਲਫਾ ਇਜ਼ ਲੈਸਰ ਦੈਨ ਐਂਡ ਸਾਈਨ ਇਨਵਰਸ 3/8। ਤਾਂ ਉੱਥੋਂ ਆਪਾਂ ਬੜਾ ਈਜ਼ੀਲੀ ਪ੍ਰੂਵ ਕਰ ਸਕਦੇ ਕਿ ਅਲਫਾ ਵਿਲ ਬੀ ਲੈਸਰ ਦੈਨ ਲੈਂਬੜਾ। ਠੀਕ ਹੈ, ਤਾਂ ਅੱਜ ਲਈ ਇੰਨਾ ਕੀ ਬਹੁਤ ਹੈਗਾ। ਇਹਦੇ ਨਾਲ ਆਪਣੀ ਜਿਹੜੀ ਇੱਕ ਐਕਸਰਸਾਈਜ਼ 9B ਪੂਰੀ ਹੋ ਜਾਂਦੀ ਹੈਗੀ ਹੈ। ਤੇ ਆਪਾਂ ਅੱਗੇ ਕੁਐਸਚਨ ਦੇਖਾਂਗੇ ਕੱਲ੍ਹ, ਕਿਉਂਕਿ ਹੈਲ ਖਿਆ ਫਿਲਹਾਲ MST ਚੱਲ ਰਹੇ ਨੇ, ਪਰ ਫਿਰ ਵੀ ਮੈਨੂੰ ਹੈ ਕਿ ਸਮਾਂ ਹੈਗਾ ਤੇ ਕਰਵਾਤਾ ਜਾਏ। ਔਨਲਾਈਨ ਲੈਕਚਰ ਨੇ, ਜਦੋਂ ਤੁਹਾਡਾ ਜੀ ਕਰੇਗਾ ਤੁਸੀਂ ਦੇਖ ਸਕਦੇ ਹੋ ਲੈਕਚਰ।